ਦੇ ਵਿੱਚ ਕਿਰਪਾਲਤਾ ਬਖਸ਼ੀ ਹੈ ਅਤੇ ਬੜੇ ਹੀ ਗੁਰੂ ਕਿਰਪਾ ਦੇ ਸਾਥ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪ੍ਰਚਾਰ ਕਰ ਰਹੇ ਹਨ। ਗੁਰੂ ਮਹਾਰਾਜ ਕਿਰਪਾ ਬਖਸ਼ਿਸ਼ ਕਰਨ ਇਹਨਾਂ 'ਤੇ ਮਿਹਰ ਭਰਿਆ ਹੱਥ ਰੱਖਦੇ ਹੋਏ ਇਸੇ ਤਰ੍ਹਾਂ ਗੁਰੂ ਪੰਥ ਖਾਲਸੇ ਪੰਥ ਦੀ ਪ੍ਰਚਾਰ ਰਾਹੀਂ ਸੇਵਾ ਕਰਨ ਦਾ ਬਲ ਅੱਗੇ ਬਖਸ਼ਣ। ਸੋ ਮੈਂ ਬੀਬਾ ਜੀ ਦੇ ਜੱਥੇ ਨੂੰ ਬੇਨਤੀ ਕਰਾਂ ਕਿ ਗੁਰੂ ਘਰ ਵੱਲੋਂ ਬਖਸ਼ਿਸ਼ ਸਿਰ ਪਾਓ ਲੈਣ ਦੀ ਕਿਰਪਾਲਤਾ ਕਰਨ। ਅਤੇ ਸੰਗਤ ਨੂੰ ਬੇਨਤੀ ਕਰਾਂਗੇ ਆਪਣੇ ਕੋਲ ਜੱਥੇ ਹੋਰ ਵੀ ਪਹੁੰਚੇ ਹੋਏ ਹਨ। ਸੋ ਆਪਾਂ 1 ਸਾਲ ਬਾਅਦ ਬਾਬਾ ਜੀ ਦੇ ਲੇਖੇ ਵਿੱਚ ਇੱਕ ਦਿਨ ਲਾਉਣਾ ਹੈ। ਸੋ ਸ਼ਰਧਾ ਭਾਵਨਾ ਦੇ ਨਾਲ ਬੈਠਣ ਦੀ ਕਿਰਪਾਲਤਾ ਕਰਨੀ ਜੀ। ਸੋ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਵੀ ਜੱਥੇ ਹੁੰਦੇ ਹਨ ਕਿ ਆਸ ਓਟ ਆਸਰਾ ਸ਼ਰਧਾ ਭਾਵਨਾ ਦੇ ਨਾਲ ਆਉਂਦੇ ਹਨ। ਸੋ ਸੰਗਤਾਂ ਨੂੰ ਬੇਨਤੀ ਹੈ ਕਿ ਸ਼ਰਧਾ ਭਾਵਨਾ ਦੇ ਨਾਲ ਹੀ ਬੈਠਣ ਦੀ ਕਿਰਪਾਲਤਾ ਕਰਨ। ਹੁਣ ਮੈਂ ਬੇਨਤੀ ਕਰਾਂ ਬੀਬਾ ਜੀ ਦੇ ਜੱਥੇ ਨੂੰ ਕਿ ਗੁਰੂ ਘਰ ਵੱਲੋਂ ਬਖਸ਼ਿਸ਼ ਸਿਰ ਪਾਓ ਦਿੱਤਾ ਜਾ ਰਿਹਾ ਜੀ। ਬਾਈ ਜੀ ਅਵਿਨਾਸ਼ ਸਿੰਘ ਜੀ ਜੱਥੇ ਨੂੰ ਸਨਮਾਨ ਕਰ ਰਹੇ ਹਨ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰਾਂ ਆਪਣੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੋ ਸੇਵਾ ਜੱਥਾ ਕਰਦਾ ਹੈ ਭਾਈ ਅਵਤਾਰ ਸਿੰਘ ਜੀ ਸੋਲ, ਉਹਨਾਂ ਦੇ ਜੱਥੇ ਨੂੰ ਬੇਨਤੀ ਹੈ ਕਿ 15 ਮਿੰਟ ਦੇ ਵਾਸਤੇ ਉਹ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਯਾਦ ਕਰਨਗੇ। ਸੋ ਮੈਂ ਬੇਨਤੀ ਕਰਾਂ ਕਿ ਸਮੇਂ ਦਾ ਖਿਆਲ ਜੱਥਾ ਜ਼ਰੂਰ ਰੱਖੇ ਕਿਉਂਕਿ ਹੋਰ ਵੀ ਜੱਥੇ ਨੂੰ ਟਾਈਮ ਦਿੱਤਾ ਜਾਣਾ ਹੈ। ਸੋ ਸੰਗਤਾਂ ਨੂੰ ਬੇਨਤੀ ਹੈ ਕਿ ਸ਼ਰਧਾ ਭਾਵਨਾ ਦੇ ਨਾਲ ਗੁਰੂ ਇਤਿਹਾਸ ਨੂੰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਗੁਰੂ ਨਾਨਕ ਦੇ ਨੈਣਾ ਦੇ ਨੂਰ ਸਿਖਾ ਸਦਾ ਲਈਏ ਦੁਨੀਆ ਆਬਾਦ ਤੇਰੀ। ਲੱਖਾਂ ਪਿੰਜਰਿਆਂ ਵਿੱਚ ਤੂੰ ਬੰਦ ਹੋਵੇ ਫਿਰ ਵੀ ਰਹੇਗੀ ਰੂਹ ਆਜ਼ਾਦ ਤੇਰੀ। ਤਾਰਾ ਤੂੰ ਦਸ਼ਮੇਸ਼ ਦੀ ਅੱਖ ਦਾ ਸੂਰਜ ਝੱਲ ਨਹੀਂ ਸਕਦਾ ਤਾਪ ਤੇਰੀ। ਯੋਰਾਵਰ ਤੇ ਫਤਿਹ ਦੇ ਸੀਸ ਉੱਤੇ ਰੱਖੀ ਦੁੱਲਿਆ ਗਈ ਬਨਿਆਦ ਤੇਰੀ। ਉਹ ਰੱਖੀ ਦੁੱਲਿਆ ਗਈ ਬਨਿਆਦ ਤੇਰੀ। ਸੁਣਿਆ ਉਹਨਾਂ ਦਾ ਹੋਵੇ ਕਬਾਲ ਉੱਚਾ ਜਿਹੜੇ ਤੇਰੀ ਹਜ਼ੂਰੀ ਵਿੱਚ ਝੁਕਦੇ ਨੇ। ਜੀਵਨ ਲਹਿਰ ਫਿਰ ਉਹਨਾਂ 'ਚ ਹੋਏ ਪੈਦਾ
ਜ਼ਿੰਦਗੀ ਦੇ ਜਿਹੜੇ ਰੁਕਦੇ ਨੇ ਉਹ ਫੇਰ ਉਸ ਨੂੰ ਆਸਾਂ ਦਾ ਬੂਰ ਲੱਗੇ ਤੇ ਬੂਟੇ ਜ਼ਿੰਦਗੀ ਦੇ ਜਿਹੜੇ ਸੁੱਕਦੇ ਨੇ ਸ਼ਰਧਾ ਨਾਲ ਜੋ ਤੇਰੇ ਦਰਬਾਰ ਆਵੇ ਤੇ ਉਹਨੇ ਘੇੜ 84 ਦੇ ਮੁੱਕਦੇ ਨੇ ਤੇ ਉਹਨੇ ਘੇੜ 84 ਦੇ ਮੁੱਕਦੇ ਨੇ। ਸਤਿਗੁਰ ਕੀ ਸਾਜੀ ਨਵਾਜੀ ਗੁਰੂ ਦੀ ਹਜ਼ੂਰੀ ਅੰਦਰ ਬੈਠੀ ਸਮੂਹ ਸਾਧ ਸੰਗਤ ਵਡਭਾਗੇ ਜੇ ਜੋ ਘਰਾਂ ਦੇ ਕੰਮਾਂ ਨੂੰ ਸੰਕੋਚ ਕਰਕੇ ਮਹਾਂਪੁਰਸ਼ਾਂ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਇਕੱਤਰ ਹੋਏ ਜੀ। ਆਓ ਸਾਡੀ ਤੇ ਆਪਣੀ ਹਾਜ਼ਰੀ ਇੱਕ ਵਾਰ ਗੁਰੂ ਦੇ ਚਰਨਾਂ ਦੇ ਵਿੱਚ ਲਗਾਈਏ। ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਮਹਾਰਾਜ ਦਾ ਬਖਸ਼ਿਆ ਹੋਇਆ ਨਾਰਾ ਬੁਲੰਦ ਕਰੀਏ ਤੇ ਗਰਜਵੀਂ ਆਵਾਜ਼ ਦੇ ਵਿੱਚ ਕਹਿ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਇਕੱਤਰ ਹੋਏ ਜੀ। ਵਿਰਲੇ ਪਿੰਡ ਨੇ, ਵਿਰਲੇ ਨਗਰ ਨੇ, ਵਿਰਲੀਆਂ ਹੀ ਉਹ ਥਾਵਾਂ ਨੇ ਜਿਨ੍ਹਾਂ ਥਾਵਾਂ ਤੇ ਭਗਵਾਨ ਬਾਬਾ ਸ਼੍ਰੀ ਚੰਦ ਦਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਤੇ ਉਹਨਾਂ ਦੇ ਵਿੱਚੋਂ ਇੱਕ ਨਗਰ ਟੱਡਾ ਹੈ ਜਿੱਥੇ ਅੱਜ ਐਡੀ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ ਹੈ ਤੇ ਮਹਾਰਾਜ ਨੂੰ ਨਸਮਸਤਕ ਹੋਏ ਨੇ। ਮੇਰੇ ਤੋਂ ਪਹਿਲਾਂ ਢਾਡੀ ਯਥਾ ਬਾ ਕਮਾਲ ਆਪ ਜੀ ਦੇ ਨਾਲ ਬਾਬਾ ਜੀ ਦੇ ਇਤਿਹਾਸ ਦੇ ਵਿੱਚੋਂ ਜਾਣੂ ਕਰਵਾ ਕੇ ਗਿਆ। ਯਤਨ ਕਰਾਂਗਾ ਉਹੀ ਗੱਲਾਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਜਾਣ। ਭਾਦੋਂ 9ਵੀਂ ਵਿਕਰਮੀ 1552 ਸੰਨ 1494 ਨੂੰ ਭਗਵਾਨ ਬਾਬਾ ਸ਼੍ਰੀ ਚੰਦ ਜੀ ਦਾ ਅਵਤਾਰ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ ਤੇ ਹੋਇਆ। ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਘਰ ਮਾਤਾ ਸੁਲੱਖਣੀ ਦੀ ਕੁੱਖੋਂ ਪ੍ਰਕਾਸ਼ ਹੋਇਆ। ਦੁਨੀਆ ਦੇ ਲੋਕਾਂ ਨੇ ਜੈ ਜੈਕਾਰਾਂ ਕੀਤੀਆਂ। ਦਰਸ਼ਨ ਕਰਕੇ ਨਿਹਾਲ ਹੋਏ ਲੋਕ ਦਿਲ ਖੋਲ ਕੇ ਦਾਨ ਵੰਡਿਆ ਗਿਆ ਹਰ ਲੋਕ ਨੂੰ। ਤੇ ਵਿਦਵਾਨ ਨੇ ਚੁੱਕੀ ਹੈ ਕਲਮ ਤੇ ਬਾਬਾ ਜੀ ਦੀ ਬਾਬਤ ਲਿਖਦਾ ਹੈ। ਉਹ ਲਿਖਦਾ ਕਈਆਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕੀਤੇ ਸੀ ਜਦੋਂ ਸੁਲਤਾਨਪੁਰ ਲੋਧੀ ਤੋਂ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਏ ਤੇ ਜਦੋਂ ਮਹਾਰਾਜ ਦਾ ਪ੍ਰਕਾਸ਼ ਨਨਕਾਣੇ ਦੀ ਧਰਤੀ ਤੋਂ ਹੋਇਆ ਤੇ ਉਦੋਂ ਵੀ ਵਿਦਵਾਨਾਂ ਨੇ ਲਿਖਿਆ ਸੀ ਭਾਗਾਂ ਭਰੀ ਤਲਵੰਡੀ ਦੀ ਧਰਤੀ ਹੈ ਨਹੀਂ ਤੇਰੇ ਵਿੱਚ ਜੱਟ ਦਾ ਪੀਰ ਆਇਆ ਜਿਹਨੂੰ ਆਖਦੀ ਰੱਬੀ ਰਹੀਮ ਦੁਨੀਆ ਨਾਨਕੀ ਦਾ ਨਾਨਕ ਵੀਰ ਆਇਆ। ਇਹ ਭੁੱਖਾ ਇਹ ਪਿਆਰ ਦੇ ਪੋਦਰੇ ਦਾ ਭਾਗੋ ਜਿਆਂ ਦੀ ਖਾਨ ਨਹੀਂ ਵੀਰ ਆਇਆ। ਪਿਆਰ ਦਾ ਭੁੱਖਾ ਖਿੱਚਿਆ ਚਲਿਆ ਆਇਆ ਸੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਪਿਆਰ ਦੇ ਭੁੱਖੇ ਖਿੱਚੇ ਚਲੇ ਆਏ ਨੇ ਭਗਵਾਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ। ਜਦੋਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ ਤੇ ਨੇ ਮਹਾਰਾਜ ਨੇ ਵੇਈ ਨਦੀ ਦੇ ਵਿੱਚੋਂ ਇਸ਼ਨਾਨ ਕੀਤਾ ਕਰਕੇ ਇਸ਼ਨਾਨ ਸ਼ਮਸ਼ਾਨ ਘਾਟ ਦੇ ਵਿੱਚ ਬੈਠੇ ਜਿਹਦੇ ਮਹਾਰਾਜ ਨੇ ਇੱਕ ਨਾਰਾ ਬੁਲੰਦ ਕੀਤਾ ਨਾ ਕੋ ਹਿੰਦੂ ਨਾ ਕੋ ਮੁਸਲਮਾਨ। ਇੱਥੇ ਹੀ ਮਹਾਰਾਜ ਨੇ ਰਵਾਬ ਮਗਾਈਏ। ਰਵਾਬ ਦੇ ਨਾਲ ਜਦੋਂ ਕੀਰਤਨ ਕੀਤਾ ਭੈਣ ਨਾਨਕੀ ਨੂੰ ਆਖਿਆ ਕਿਸੇ ਸੰਸਾਰ ਦੀ ਯਾਤਰਾ ਵਾਸਤੇ ਚੱਲੇ ਹਾਂ ਤੇ ਭੈਣ ਦੇ ਸਾਹਮਣੇ ਦੋ ਛੋਟੇ ਬਾਲ ਨਗਰੀ ਆਏ ਨੇ ਭਗਵਾਨ ਬਾਬਾ ਸ਼੍ਰੀ ਚੰਦ ਤੇ ਭਗਵਾਨ ਬਾਬਾ ਲక్ష్ਮੀ ਦਾਸ ਜੀ। ਭੈਣ ਨੇ ਆਪਣੇ ਪੁੱਤਰਾਂ ਦੀ ਫੜੀ ਬਾਂਹ ਲੈ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਅੱਗੇ ਖੜੇ ਹੋਏ ਨੇ। ਆਖਣ ਲੱਗੀ ਵੀਰਾ ਤੂੰ ਚੱਲਿਆ ਹੀ ਛੱਡ ਕੇ ਤੇਰੇ ਛੋਟੇ ਬਾਲ ਨੇ ਸ਼੍ਰੀ ਚੰਦ ਹੀਰਾ ਏ ਦੇਖ ਇਹਦੇ ਰਹਾਨੀ ਨੇਤਰ ਦੇਖ ਇਹਦੀਆਂ ਜਟਾਵਾਂ ਦੇਖ ਇਹਦੇ ਚਿਹਰੇ ਤੇ ਰਹਾਨੀ ਨੂਰ ਚਮਕਦੇ ਨੇਤਰ ਨੇ ਵੀਰਾ ਇਹਨੂੰ ਛੱਡ ਕੇ ਚੱਲਿਆ ਏ ਇਹਦਾ ਵਿਛੋੜਾ ਕਿਵੇਂ ਕਰੇਗਾ। ਭੈਣ ਨੇ ਸਾਹਮਣੇ ਕਰਕੇ ਜਦੋਂ ਗੱਲਾਂ ਕੀਤੀਆਂ ਬਾਪ ਨੇ ਆਪਣੇ ਪੁੱਤਰ ਦੇ ਸਿਰ ਤੇ ਹੱਥ ਫੇਰਦਿਆਂ ਆਖਿਆ ਭੈਣੇ ਇਹ ਮੇਰਾ ਪੁੱਤਰ ਦੁਨੀਆ ਨੂੰ ਤਾਰਨ ਵਾਸਤੇ ਆਇਆ ਹੈ ਦੁਨੀਆ ਦਾ ਸਹਾਰਾ ਬਣਨ ਵਾਸਤੇ ਆਇਆ ਹੈ ਪਰ ਅੱਜ ਲੋੜ ਹੈ ਜਾ ਕੇ ਇਮਨਾਬਾਦ ਦੀ ਧਰਤੀ ਤੇ ਵੇਖ ਬਾਬਰ ਨੇ ਘਰਾਂ ਦੇ ਘਰ ਉਜਾੜ ਦਿੱਤੇ ਨੇ ਉਹਨਾਂ ਬੱਚਿਆਂ ਦਾ ਸਹਾਰਾ ਬਣਨ ਵਾਸਤੇ ਜਾ ਰਿਹਾ ਹਾਂ ਉਹਨਾਂ ਬਜ਼ੁਰਗਾਂ ਦਾ ਸਹਾਰਾ ਬਣ ਜਾ ਰਿਹਾ ਹਾਂ। ਭੈਣ ਨੇ ਜਿਵੇਂ ਲੈ ਕੇ ਦਿਲੋਂ ਹੋਕ ਭਗਵਾਨ ਬਾਬਾ ਸ਼੍ਰੀ ਚੰਦ ਨੂੰ ਕਰਕੇ ਸਾਹਮਣੇ ਆਖਿਆ ਵੀਰਾ ਸ਼੍ਰੀ ਚੰਦ ਨੂੰ ਛੱਡ ਕੇ ਨਾ ਜਾਵੀਂ ਜਿਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਪਿਆਰ ਦੇ ਵਿੱਚ ਭਿੱਜ ਕੇ ਭਗਵਾਨ ਬਾਬਾ ਸ਼੍ਰੀ ਚੰਦ ਨੂੰ ਲੈ ਕੇ ਗਏ ਦੇ ਨਾਲ ਭੈਣ ਦੇ ਨਾਲ ਜਾਂਦੀ ਵਾਰ ਸਵਾਲ ਜਵਾਬ ਕੀਤੇ ਨੇ। ਉਸ ਵੇਲੇ ਦਾ ਸੀਨ ਲੀਲਾ ਵਾਲਾ ਜੱਟਾ ਇੰਜ ਬਿਆਨ ਕਰਦਾ ਜਦੋਂ ਸਤਿਗੁਰ ਨਾਨਕ ਨੇ ਮਨਬਾਦ ਨੂੰ ਕਰੀ ਤਿਆਰੀ ਫੜ ਪੱਲਾ ਸਤਿਗੁਰ ਦਾ ਖੜਗੀ ਨਾਨਕੀ ਭੈਣ ਪਿਆਰੀ
ਛੱਡ ਨਿੱਕੀਆਂ ਬਾਲਾਂ ਨੂੰ ਕਿੱਥੇ ਚੱਲਿਆ ਨਾਲ ਕਵੀਰਾ ਛੱਡ ਛੋਟੇ ਪੁੱਤਰਾਂ ਨੂੰ ਕਿੱਥੇ ਚੱਲਿਆ ਨਾਲ ਕਵੀਰਾ ਉਹ ਮੈਂ ਰੋਕਣ ਚੱਲਿਆ ਵੱਧੀਆਂ ਜੋਰ ਜੁਲਮਤੀਆਂ ਵਾਈ ਹੁਣ ਚੱਲੀਆਂ ਜਾਣ ਨਾ ਸੁਣ ਕੇ ਮਜਲੂਮਾਂ ਦੀਆਂ ਤਾਈ ਹੈ ਦਿਲ ਸੱਲਿਆ ਮੈਂ ਡੁੱਬਦੀ ਦੁਨੀਆ ਦੇ ਬੇੜੇ ਪਾਰ ਕਰਨ ਲਈ ਚੱਲਿਆ ਮੈਂ ਡੁੱਬਦੀ ਦੁਨੀਆ ਦੇ ਬੇੜੇ ਪਾਰ ਕਰਨ ਲਈ ਚੱਲਿਆ ਜਦੋਂ ਸਤਿਗੁਰ ਨਾਨਕ ਨੇ ਮਨਾਬਾਦ ਨੂੰ ਕਰੀ ਤਿਆਰੀ ਫੜ ਪੱਲਾ ਸਤਿਗੁਰ ਦਾ ਖੜਗੀ ਨਾਨਕੀ ਭੈਣ ਪਿਆਰੀ ਵਸਾਈ ਫਕੀਰਾ ਛੱਡ ਨਿੱਕੀਆਂ ਬਾਲਾਂ ਨੂੰ ਕਿੱਥੇ ਚੱਲਿਆ ਨਾਨਕ ਵੀਰਾ ਛੱਡ ਛੋਟੇ ਬੱਚਿਆਂ ਨੂੰ ਕਿੱਥੇ ਚੱਲਿਆ ਨਾਨਕ ਵੀਰਾ ਉਹ ਮੈਂ ਰੋਕਣ ਚੱਲਿਆ ਵੱਧਦੀਆਂ ਜੋਰ ਜੁਲਮਤੀਆਂ ਵਾਈ ਹੁਣ ਚੱਲੀਆਂ ਜਾਵਣ ਨਾ ਸੁਣ ਕੇ ਮਜਲੂਮਾਂ ਦੀਆਂ ਤਾਈ ਹੈ ਦਿਲ ਸੱਲਿਆ ਮੈਂ ਡੁੱਬਦੀ ਦੁਨੀਆ ਦੇ ਬੇੜੇ ਪਾਰ ਕਰਨ ਲਈ ਚੱਲਿਆ ਮੈਂ ਡੁੱਬਦੀ ਦੁਨੀਆ ਦੇ ਬੇੜੇ ਪਾਰ ਕਰਨ ਲਈ ਚੱਲਿਆ ਤੇਰੇ ਤੋਂ ਬਾਬਾ ਨੇ ਬਾਪੂ ਬਾਪੂ ਕਹਿ ਕਰ ਲਾਉਣਾ ਪਿਆਰ ਹੋ ਕੇ ਲੈਂਦੇ ਤੇਰੇ ਦਿਲ ਨੂੰ ਚਿੱਤ ਪਰਚਾਉਣਾ ਸ੍ਰੀ ਚੰਦ ਹੀਰਾ ਛੱਡ ਛੋਟੇ ਬੱਚਿਆਂ ਨੂੰ ਕਿੱਥੇ ਚੱਲਿਆ ਨਾਨਕ ਵੀਰਾ ਛੱਡ ਛੋਟੇ ਪੁੱਤਰਾਂ ਨੂੰ ਕਿੱਥੇ ਚੱਲਿਆ ਨਾਨਕ ਵੀਰਾ ਓਏ ਲਗੋਆ ਬਾਲਾ ਦਾ ਮੈਨੂੰ ਸੌਖਾ ਜਗਨਾ ਵਿਛੋੜਾ ਪਾਰ ਲੱਖਾਂ ਬਾਲਾ ਦਾ ਮੇਰੇ ਦਿਲ ਨੂੰ ਲੱਗਾ ਚੋਰਾ ਰਹਾ ਨਾ ਠੱਲਿਆ ਮੈਂ ਡੁੱਬਦੀ ਦੁਨੀਆ ਦੇ ਬੇੜੇ ਪਾਰ ਕਰਨ ਲਈ ਚੱਲਿਆ ਮੈਂ ਡੁੱਬਦੀ ਦੁਨੀਆ ਦੇ ਬੇੜੇ ਪਾਰ ਕਰਨ ਲਈ ਚੱਲਿਆ ਮਾਪਿਆਂ ਗਿਆ ਵੀਰਾ ਕੌਣ ਲਵੇਗਾ ਸਾਰਾ ਪਹਿਗੇ ਵਿੱਚ ਸੋਚਾਂਦੇ ਤੇਰੀਆਂ ਅਸੀਆਂ ਸੁਣ ਕੇ ਕਾਰਾ ਦਿਲ ਦਿਲ ਵੀਰਾ ਛੱਡ ਛੋਟੇ ਬੱਚਿਆਂ ਨੂੰ ਕਿੱਥੇ ਚੱਲਿਆ ਨਾਨਕ ਵੀਰਾ ਛੱਡ ਛੋਟੇ ਪੁੱਤਰਾਂ ਨੂੰ ਕਿੱਥੇ ਚੱਲਿਆ ਨਾਨਕ ਵੀਰਾ ਉਹ ਅੱਜ ਲੱਖਾਂ ਮਾਪਿਆਂ ਦੇ ਹੱਕੇ ਵਿੱਚ ਪੁੱਤ ਚਲਾਤਾ ਉਹ ਰੋਂਦੇ ਫਿਰਦੇ ਨੇ ਸੁਣਦੇ ਨਹੀਂ ਜ਼ਾਲਮ ਫਰਿਆਦਾਂ ਜੋ ਮਨ ਢਲਿਆ ਮੈਂ ਡੁੱਬੀ ਦੁਨੀਆ ਦੇ ਬੇੜੇ ਪਾਰ ਕਰਨ ਲਈ ਚੱਲਿਆ ਮੈਂ ਡੁੱਬਦੀ ਦੁਨੀਆ ਦੇ ਬੇੜੇ ਪਾਰ ਕਰਨ ਲਈ ਚੱਲਿਆ ਹੁਣ ਵੀਰਾ ਚੱਲਿਆ ਜੇ ਹੁਣ ਵੀਰਾ ਚੱਲਿਆ ਜੇ ਛੇਤੀ ਫੇਰ ਪਰਤ ਕੇ ਆਵੀ ਨਿਤ ਅੱਖੀਆਂ ਤਰਸਣ ਨਾ ਮਾਦ ਠੰਡ ਕਾਲ ਜੇ ਪਾਵੀ ਇਹ ਦਿਨ ਛੱਲਿਆ ਛੋਟਾ ਬੱਚਿਆਂ ਨੂੰ ਕਿੱਥੇ ਚੱਲਿਆ ਨਾਨਕ ਵੀਰਾ ਛੱਡ ਛੋਟੇ ਪੁੱਤਰਾਂ ਨੂੰ ਕਿੱਥੇ ਚੱਲਿਆ ਨਾਨਕ ਵੀਰਾ ਉਹ ਜੰਨਤ ਵਿੱਚ ਜਿਉ ਗਾਉਂਦੇ ਨੇ ਵਿੱਚ دیਵਾਨਾ ਜਸ ਹਲਕਾ ਗਾਵਣ ਲਈ ਮੇਰੇ ਭਾਲਾ ਤੇ ਮਰਦਾਨਾ ਸਾਥੀ ਰਲਿਆ ਮੈਂ ਡੁੱਬਦੀ ਦੁਨੀਆ ਦੇ ਬੇੜੇ ਪਾਰ ਕਰਨ ਲਈ ਚੱਲਿਆ ਮੈਂ ਡੁੱਬਦੀ ਦੁਨੀਆ ਦੇ ਬੇੜੇ ਪਾਰ ਕਰਨ ਲਈ ਚੱਲਿਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਛੋਟੇ ਬੱਚਿਆਂ ਦੀ ਬਾਹ ਆਪਣੀ ਭੈਣ ਦੇ ਹੱਥ ਦੇ ਵਿੱਚ ਫੜਾਈ ਹੈ। ਭੈਣ ਨੇ ਇੱਕ ਵਾਰ ਫਿਰ ਹੋਕਾ ਲਿਆ, ਆਖਿਆ ਵੀਰਾ ਸ਼੍ਰੀ ਚੰਦ ਛੋਟਾ ਹੈ, ਲక్ష్ਮੀ ਦਾਸ ਛੋਟਾ ਹੈ, ਤੇਰੇ ਬੁੱਢੜੇ ਮਾਂ ਬਾਪ ਨੇ, ਤੇਰੀ ਧਰਮ ਪਤਨੀ ਸਾਹਮਣੇ ਖੜੀ ਹੈ, ਇਹਨਾਂ ਦਾ ਸਹਾਰਾ ਤੈਨੂੰ ਬਣਨ ਦੀ ਲੋੜ ਹੈ ਤੇ ਘਰ ਤੋਂ ਚੱਲਿਆ ਹੈ। ਭੈਣ ਦੇ ਸਿਰ ਤੇ ਹੱਥ ਫੇਰਨੇ ਆਖਿਆ ਭੈਣੇ ਬੇਸ਼ੱਕ ਉਮਰ ਦੇ ਵਿੱਚ ਤੂੰ ਮੇਰੇ ਨਾਲੋਂ ਵੱਡੀ ਹੈ, ਮੈਂ ਪਿਆਰ ਦੇ ਨਾਲ ਤੈਨੂੰ ਬੇਬੇ ਕਹਿ ਕੇ ਬੁਲਾਉਣਾ, ਬੜੀ ਮੁਹੱਬਤ ਕਰਦੀ ਹੈ ਤੂੰ ਮੇਰੇ ਨਾਲ, ਪਰ ਭੈਣੇ ਅੱਜ ਲੋਕਾਂ ਦਾ ਸਹਾਰਾ ਬਣਨ ਦੀ ਲੋੜ ਹੈ। ਦੀਨ ਦੁਨੀ ਦੇ ਮਾਲਕ ਲੈ ਕੇ ਆਪਣੇ ਸਾਥੀ ਭਾਈ ਮਰਦਾਨੇ ਨੂੰ ਨਾਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਅਹਿਮਦਾਬਾਦ ਦੀ ਧਰਤੀ ਨੂੰ ਤਿਆਰੀ ਕੀਤੀ ਹੈ। ਪਹੁੰਚੇ ਨੇ ਉਸ ਸਥਾਨ ਤੇ ਜਿੱਥੇ ਭਾਈ ਲਾਲੋ ਦਾ ਘਰ ਹੈ,
ਜਾके आवाज दी अज पहले दिन भाई लालो ने दरवाजा खोलिया जो आवाज दी आख्या भाई साहब ते गुरु नानक पातशाह महाराज जी जो आवाज सुनी भाई लालो ने आख्या कौन है जो पहली बार किसी ने भाई कहते आवाज दी है। भाई लालो ने अखा के हंझू आ गए दरवाजा खोलिया सामने भीड़ जुड़े मालक गुरु नानक पातशाह खड़े ने करते दर्शन गुरु नानक पातशाह ना आके आखन लगा आओ सत पुछो किवें साडे घर आना होया। गुरु नानक पातशाह ने आख्या असीं तेरे घर दे विच रह के कीर्तन करना है तेरे घर दे विच रह के उस रब्बी सिख नूं याद करना है जिवें रबाब छेड़ी है जिवें अकाल पुरख दी बाणी आई उस वेले सीन में मेरे साथी इंज व्यक्त करदे सुनी जाए आवाज मिठी किंदर कंदर बाने पत्थरां नूं मोम करी जावे नारद जलोक जेड़े करदे शैतानियां सी नेक दिली सोच अपनावे गुरु जी नेक दिली सोच अपनावे ओ खोटिया दा नाच हुंदा सब जी उजारी ਜਾਂਦੇ ਤੁਰ ਦਰਗਾਹ ਬਾਣੀ ਆਉਂਦੀ ਸਤਨਾਮ ਬੋਲਦੀ ਰਬਾਬਿਓ ਦੀ ਤਪਦੇ ਦਿਲਾਂ ਨੂੰ ਠੰਡ ਪਾਉਂਦੀ ਸੰਗਤ ਜੀ ਤਪਦੇ ਦਿਲਾਂ ਨੂੰ ਠੰਡ ਪਾਉਂਦੀ ਸੁਣੀ ਜਾਏ ਆਵਾਜ਼ ਮਿੱਠੀ ਸੁਣੀ ਜਾਏ ਆਵਾਜ਼ ਮਿੱਠੀ ਕਿੰਦਰ ਕੰਦਰ ਬਾਣੇ ਪੱਥਰਾਂ ਨੂੰ ਮੋਮ ਕਰੀ ਜਾਵੇ ਨਾਰਦ ਜਲੋਕ ਜਿਹੜੇ ਕਰਦੇ ਸ਼ੈਤਾਨੀਆਂ ਸੀ नेक दिली सोच अपनावे गुरु जी नेक दिली सोच अपनावे ओ खोटिया दा नाच हुंदा सब जी उचारी ਜਾਂਦੇ ਤੁਰ ਦਰਗਾਹ ਬਾਣੀ ਆਉਂਦੀ ਸਤਨਾਮ ਬੋਲਦੀ ਰਬਾਬਿਓ ਦੀ ਤਪਦੇ ਦਿਲਾਂ ਨੂੰ ਠੰਡ ਪਾਉਂਦੀ ਸੰਗਤ ਜੀ ਤਪਦੇ ਦਿਲਾਂ ਨੂੰ ਠੰਡ ਪਾਉਂਦੀ ਉਹ ਅਮਰਤ ਵੇਲੇ ਜਦੋਂ ਸ਼ੇਰਦਾਰ ਬਾਬ ਤਾਈ ਕਰਦਾ ਹੈ ਯਾਦ ਨਿਰੰਕਾਰ ਨੂੰ ਖੁੱਲ ਜਾਂਦਾ ਸੁਰਾਂ ਦਾ ਭੰਡਾਰਾ ਕੋਈ ਜਾਪਦਾ ਸੀ ਨਾਲੇ ਖੁਸ਼ ਕਰੀ ਜਾਵੇ ਯਾਰ ਨੂੰ ਗੁਰੂ ਜੀ ਨਾਲੇ ਖੁਸ਼ ਕਰੀ ਜਾਵੇ ਯਾਰ ਨੂੰ ਸੁੱਚਿਆਰ ਬਾਲਾਂ ਵਿੱਚ ਰੱਖੇ ਮਰਦਾਨਾ ਸਦਾ ਬਾਣ ਸੰਸਾਰ ਵਿੱਚ ਪਾਉਂਦੀ ਸਤਨਾਮ ਬੋਲਦੀ ਰਬਾਬਿਓ ਦੀ ਤਪਦੇ ਦਿਲਾਂ ਨੂੰ ਠੰਡ ਪਾਉਂਦੀ ਸੰਗਤ ਜੀ ਤਪਦੇ ਦਿਲਾਂ ਨੂੰ ਠੰਡ ਪਾਉਂਦੀ ਕਿੱਥੋਂ ਇਹ ਰਬਾਬ ਆਈ ਕਿੱਥੇ ਬਹਿ ਕੇ ਸਿੱਖੀ ਕਿੱਥੋਂ ਇਹ ਲਿਆਇਆ ਕਲਾਕਾਰ ਨੂੰ ਜੰਗਲਾਂ ਦੇ ਵਿੱਚ ਮੰਗਲ ਲਾਵੇਂ ਪਰਾਂ ਵਿੱਚ ਵੰਡੀ ਜਾਂਦਾ ਰਾਜ ਸੰਸਾਰ ਨੂੰ ਗੁਰੂ ਜੀ ਵੰਡੀ ਜਾਂਦਾ ਰਾਜ ਸੰਸਾਰ ਨੂੰ ਉਹ ਅਸੀਂ ਸੰਸਾਰੀਆਂ ਰਮਜ ਤੇਰੀ ਜਾਣਦੇ ਨੀ ਕਰਦੇ ਹਾਂ ਜਿਹੜੀ ਮਨ ਪਾਉਂਦੀ ਸਤਨਾਮ ਬੋਲਦੀ ਰਬਾਬਿਓ ਦੀ ਤਪਦੇ ਦਿਲਾਂ ਨੂੰ ਠੰਡ ਪਾਉਂਦੀ ਸੰਗਤ ਜੀ ਤਪਦੇ ਦਿਲਾਂ ਨੂੰ ਠੰਡ ਪਾਉਂਦੀ ਰਾਖਸ਼ਾਂ ਦੇ ਮਾਨ ਤੋੜੇ ਰਾਖਸ਼ਾਂ ਦੇ ਮਾਨ ਤੋੜੇ ਪਿਆਰਿਆਂ ਨੂੰ ਨਾਲ ਜੋੜੇ ਕਈ ਵੇਖੇ ਕੌਤਕ ਕਮਾਲ ਦੇ ਠੱਗਾਂ ਨੂੰ ਸ਼ਬਦ ਦੇਵੇ ਨੇਕੀ ਇਨਸਾਨ ਬਣੋ ਕੱਟੀ ਜਾਵੇ ਫੰਦੇ ਲੋਭ ਜਾਲ ਦੇ ਗੁਰੂ ਜੀ ਕੱਟੀ ਜਾਂਦਾ ਫੰਦੇ ਲੋਭ ਜਾਲ ਦੇ ਉਹ ਕਿੰਨੀ ਨੂੰ ਠੋਕਰ ਮਾਰੀ ਸੱਜਣ ਨੂੰ ਭੁੱਲ ਬੈਠੀ ਦਿਲ ਵਿੱਚ ਬਹੁਤ ਪਛਤਾਵਾ
ਸੰਗਤ ਜੀ ਤਪਦੇ ਦਿਲਾਂ ਨੂੰ ਠੰਡ ਪਾਉਂਦੀ ਉਹ ਤੇਰਿਆਂ ਗੁਣਾਂ ਦਾ ਇੱਕ ਲੱਭਿਆ ਖਜ਼ਾਨਾ ਸਾਨੂੰ ਕਰਾਂ ਕੀ ਸਿਫਤ ਸੁਬਹ ਸ਼ਾਮ ਨੂੰ ਪਿੰਗਲਿਆਂ ਨੂੰ ਪਰਬਤਾਂ ਦੀ ਸੈਲ ਤੂੰ ਕਰਾ ਦਿੰਦਾ ਦੇ ਦੇਖਾਂ ਦਿਮਾਗ ਗੁਰਨਾਮ ਨੂੰ ਗੁਰੂ ਜੀ ਦੇ ਦੇਖਾਂ ਦਿਮਾਗ ਗੁਰਨਾਮ ਨੂੰ ਉਹ ਗੁਰਦੇਵ ਰਾਣੀ ਦਾ ਨਿਜਮ ਇੱਕ ਮੁੱਠ ਤੋਂ ਹੈ ਉਹ ਕੰਮ ਹੁੰਦਾ ਜਿਹੜਾ ਚਾਹੁੰਦੀ ਸਤਨਾਮ 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 ਬੋਲ ਵੀਰ ਬਾਬਿਓ ਜੀ ਤਪਦੇ ਦਿਲਾਂ ਨੂੰ ਠੰਡ ਪਾਉਂਦੀ ਸੰਗਤ ਜੀ ਤਪਦੇ ਦਿਲਾਂ ਨੂੰ ਠੰਡ ਪਾਉਂਦੀ ਐਸੀ ਰਵਾਬ ਤੇ ਕੋਟੇ ਲਾਉਂਦੇ ਸਨ ਭਾਈ ਮਰਦਾਨਾ ਕਿ ਪੱਥਰ ਰੁੱਖ ਹਵਾ ਪਰਿੰਦੇ ਉਹ ਬਾਣੀ ਨੂੰ ਸੁਣਨ ਵਾਸਤੇ ਬੈਠ ਜਾਂਦੇ ਸਨ। ਆਨੰਦ ਆਉਂਦਾ ਸੀ ਜਿਵੇਂ ਅੱਜ ਗੁਰੂ ਦੀ ਗੋਦ ਦੇ ਵਿੱਚ ਤੁਸੀਂ ਬੈਠ ਕੇ ਆਨੰਦ ਮਾਰੇ ਜੋ ਸਮਾਂ ਸਮਾਪਤ ਹੈ। ਕਿਵੇਂ ਫਿਰ ਉੱਥੇ ਭਾਈ ਮਰਦਾਨੇ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਭਾਈ ਲਾਲੋ ਦੇ ਘਰ ਦੇ ਵਿੱਚ ਰਹਿ ਕੇ ਕਈ ਦਿਨ ਜਾਪ ਕੀਤਾ ਤੇ ਫਿਰ ਮਲਕ ਭਾਗੋ ਦੇ ਨਾਲ ਕਿਵੇਂ ਮੇਲ ਹੋਇਆ। ਇਤਿਹਾਸ ਬਹੁਤ ਮੇਰਾ ਅਸੀਂ ਅਧੂਰੇ ਹਾਂ, ਉਹਨਾਂ ਪੂਰਿਆਂ ਦਾ ਇਤਿਹਾਸ ਪੂਰਾ ਕਦੇ ਨਹੀਂ ਕਰ ਸਕਦੇ। ਮਹਾਰਾਜ ਕਿਰਪਾ ਕਰ ਫਿਰ ਕਦੇ ਸਮਾਂ ਬਣਿਆ ਤੇ ਆਪ ਜੀ ਦੇ ਨਾਲ ਸਾਂਝ ਪਾਈ ਜਾਵੇਗੀ। ਵਿਸ਼ੇਸ਼ ਤੌਰ ਤੇ ਧੰਨਵਾਦ ਸਮੂਹ ਪਰਿਵਾਰਕ ਮੈਂਬਰਾਂ ਦਾ ਜਿਨ੍ਹਾਂ ਮਹਾਂਪੁਰਸ਼ਾਂ ਦੇ ਚਰਨਾਂ ਦੇ ਵਿੱਚ ਬੈਠ ਕੇ ਸਾਰੀ ਸੰਗਤ ਨੂੰ ਗੁਰੂ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਾਏ। ਸਤਿਕਾਰਯੋਗ ਬੀਬੀ ਜੀ ਨਾਲ ਬੇਅੰਤ ਮਾਣ ਆਇਆ ਕਿ ਸੰਤ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਪਾਤਸ਼ਾਹ ਮਹਾਰਾਜ ਦਾ ਧੰਨਵਾਦ, ਸਾਰੀ ਸੰਗਤ ਦਾ ਧੰਨਵਾਦ ਕਰਦੇ ਹੋਏ ਜਥੇ ਨੂੰ ਮਾਣ ਭੇਜਿਆ। ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਸਾਰੀ ਸੰਗਤ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਇੱਕ ਵਾਰ ਕਹੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬੜੇ ਸਰਬੱਤ ਦਾ ਬੜਾ। ਅਤੀ ਸਤਿਕਾਰਯੋਗ ਭਾਈ ਅਵਨਾਸ਼ ਸਿੰਘ ਜੀ ਹੋਰ ਸਾਰੇ ਪਰਿਵਾਰਕ ਮੈਂਬਰ ਜਿਨ੍ਹਾਂ ਵੱਲੋਂ ਮਾਣ ਆਇਆ ਗੁਰੂ ਪਾਤਸ਼ਾਹ ਕਿਰਪਾ ਕਰਨ ਸੰਗਤ ਵੱਲੋਂ ਮਾਣ ਆਇਆ। ਇਹ ਤੁਹਾਡਾ ਆਪਣਾ ਜਥਾ ਹੈ। ਭਾਈ ਰਣਦੀਪ ਸਿੰਘ ਜਲਾਲਾਬਾਦ, ਭਾਈ ਗੁਰਚਰਨ ਸਿੰਘ ਨਾਗੋ ਕੇ ਜ਼ਿਲ੍ਹਾ ਤਰਨਤਾਰਨ, ਦਾਸ ਕਵੀਸ਼ਰ ਅਵਤਾਰ ਸਿੰਘ ਲਹਿਰ ਪਿੰਡ ਚਾਟੀਮੰਡ ਲਹਿਰ ਜ਼ਿਲ੍ਹਾ ਅੰਮ੍ਰਿਤਸਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਵਿੱਚ ਜਥਾ ਸੇਵਾਵਾਂ ਨਿਭਾਉਂਦਾ ਹੈ। ਐਡਰੈਸ ਕਾਰਡ ਛਪੇ ਨੇ, ਕਿਸੇ ਨੂੰ ਵੀ ਜ਼ਰੂਰਤ ਹੋਵੇ ਜਥੇ ਪਾਸੋਂ ਐਡਰੈਸ ਕਾਰਡ ਲੈ ਸਕਦਾ ਹੈ। ਹੋਈਆਂ ਪੁਲਾਂ ਦੀ ਫਤਿਹ ਬੁਲਾਈਏ ਤੇ ਕਹਿ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਅਵਤਾਰ ਸਿੰਘ ਜੀ ਮੇਰ ਉਹਨਾਂ ਦੇ ਜਥੇ ਵੱਲੋਂ ਗੁਰ ਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਹੈ। ਮੈਂ ਬੇਨਤੀ ਕਰਾਂ ਜਥੇ ਨੂੰ ਕਿ ਗੁਰ ਪਰਵਨ ਬਖਸ਼ਿਸ਼ ਰਿਪੋਰਟ ਹੈ ਕਿ ਕਿਰਪਾਲਤਾ ਕਰਨ ਜੀ। ਬੋਲੇ ਸੋ ਨਿਹਾਲ। श्री चक्र ने मोर बनिया सब नु होर जी बदल सकते
दे मालिक, दीन दुनिया दे मालिक, सर्व शक्तिमान, चवर शतर तख्त दे मालिक, दीन दुनिया दे मालिक, चवर शतर तख्त दे मालिक, जुगो जुग अटल, धन धन साहिब श्री गुरु ग्रंथ साहिब सच्चे पातशाह महाराज, जिन्हां दी बाणी दे जाप होए ने, भोग पए ने, उपरंत दीवान सजे ने, ढाडियां ने हाजिरी भरी, कमिश्नर ने हाजिरी भरी है, ते आपां बड़े मैं कहना भागा वाले जो महापुरुषां दे धन धन भगवान श्री चंद साहिब सच्चे पातशाह महाराज जिन्हां दे पवित्र दिहाड़े नूं मना रहे हैं, ये आप बड़े कर्मा वाले जो खुशियां प्राप्त कर रहे हैं। धन गुरु ग्रंथ साहिब सच्चे पातशाह महाराज जिन्हां दी पवित्र निकी गोदा आनंद मार रहे हैं, जिन्हां दी पवित्र हजूरी में बैठे महाराज जी अपन तख्तां ते होके विराजमान होके दर्शन नजारे दे रहे हैं। बड़े भागा वाले आओ सब तो पहला आज ने भागा वाले सुनहरी ताजा वाले नीले ने शाह सवार पुत्रा दे दानी, पिता दे दानी, शहीद पिता दे पुत्र, अमृत के दाते, साहिब कमाल, बादशाह दरवेश, पर्दे दे रासी, कजी दरबाशा, धन गुरु गोबिंद सिंह साहब सच्चे पातशाह महाराज उन्होंने दी फतेह नूं प्रमाण करिए। जिन्नियां भी संगतां दीवान दे विच उठ के बैठियां ने, मैं हाथ जोड़ के बेनती करना संगत जी फतेह दा जवाब गज के दिओ। साडी ते अपनी लवाओ हाजरी, जिन्नियां भी संगतां जुड़ के बैठियां ने, कोई भी रसना मंजी ना रवे, सारी संगत गज के उच्ची आवाज आखो वाहिगुरू जी का खालसा वाहिगुरू जी की फतेह। संगत जी मेरे को समा बड़ा सीमित है, जिहड़ा बाबा जी का इतिहास है ना ये बड़ा लंबा है, जे आपां लगातार 3 दिन भी खड़ के गाई जाइए तो इतिहास पूरा नहीं होना। किसी पूरे का इतिहास अधूरा मनुख जिंदगी कदे भी नहीं कह सकता। और जिन्ना भी मेरे को समय में समय के विच आज ने इतिहास साझा कराना है, तो मैं बेनती करता संगत जी रौले तो संकोच करना है, क्योंकि महाराज कहते जिहड़ा संगत विच आके शांति बनाउंदा है ना उन्होंने घरां दे विच शांति रहिंदी है। महाराज कहते जिहड़ा संगत विच आके रौला पा के गल्लां करके मुड़ जांदा उन्होंने घरां विच शांति नहीं रहिंदी। फिर तुसीं आप सोचो अपने घरां में शांति लेके जानी है, चुप का दान बख्शा इतिहास को सुनना है। आओ मैं अज के इतिहास के नाल अपनी रिलेटेड गल शुरू करा। जुगो जुग अकाल तख्त साहिब श्री गुरु ग्रंथ साहिब सच्चे पातशाह महाराज साडे ग्रंथी सिंहां ने बाणी नूं पढ़िया है। 31 रागां विच गुरु ग्रंथ साहिब जी विच बाणी दर्ज है, 31 राग ने गुरु ग्रंथ साहिब जी दे विच। मैं बाणी की गल करनी है, वो 31 राग किहड़े ने ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ। ਸਾਡੇ ਗ੍ਰੰਥੀ ਸਿੰਘ ਨੇ ਜਿਨ੍ਹਾਂ 31 ਰਾਗਾਂ ਵਿੱਚ ਬਾਣੀ ਪੜ੍ਹੀ ਹੈ, ਕਿਹੜੇ 31 ਰਾਗ ਨੇ? ਉਹਨਾਂ ਵਿੱਚੋਂ ਪਹਿਲਾ ਰਾਗ ਹੈ ਸ਼੍ਰੀ ਰਾਗ। ਮਾਝ, ਗੌੜੀ, ਆਸਾ, ਗੁਜਰੀ, ਦੇਵਗਧਾਰੀ, ਬਿਹਾਗੜਾ, ਬੜਹੰਸ, ਸੋਰਠ, ਧਨਾਸਰੀ, ਚੈਨਛਰੀ, ਟੋਡੀ, ਬਿਰਾੜੀ, ਤਲੰਗ, ਸੂਹੀ, बिलावल, गौंड, रामकड़ी, नट नारायण, मालीगौड़ा, मारू, तुखारी, किनारा, भैरो, बसंत, सार्ग, मलार, कन्नड़ा, कल्याण, प्रभाती दे जजावंती। संगत जी 31 दे 31 राग धन गुरु ग्रंथ साहिब विच दर्ज ने। गुरु ग्रंथ साहिब विच 11 भट्टां दी बाणी दर्ज है। भट्ट कलसहार जी, कीर्त जी, सल जी, बद जी, गजंद जी, हरबंस जी, सालम जी, भिखा जी, मथुरा जी, नंद जी ते भल जी, इन्हां 11 भट्टां दी बाणी गुरु ग्रंथ साहिब विच दर्ज है। 15 भगतां दी बाणी गुरु ग्रंथ साहिब विच भगत कबीर जी, फरीद जी, सूरदास जी, रविदास जी, परमानंद जी, तरलोचन जी, भीखन जी, सैन जी, बेणी जी, सदना जी, धन्ना जी, पीपा जी ते जयदेव जी ते नामदेव जी। संगत जी इन्हां 15 भगतां दी बाणी गुरु ग्रंथ साहिब विच दर्ज है। 6 गुरु साहिबान ने जिन्हां दी बाणी श्री गुरु नानक देव जी, श्री गुरु अंगद देव जी, श्री गुरु अमरदास जी, श्री गुरु रामदास जी, श्री गुरु अर्जन देव जी और श्री गुरु तेग बहादुर साहब सच्चे पातशाह महाराज। इन्हां 6 गुरु साहिबानां दी बाणी है। गुरु नानक पातशाह जी दे 19 रागां 974 शब्द ने। गुरु अंगद देव जी दे 63 श्लोक ने। गुरु अमरदास जी, गुरु रामदास जी दी बाणी पर सब तो वध बाणी है पंचम पातशाह श्री धन सरताज गुरु अर्जन देव महाराज जी दी। वाह जी वाह। 2218 शब्द 30 रागां विच ने ते 9वें पातशाह जी दे 57 श्लोक ओ जेड़े चौंकानी दिल्ली दी धरती ते लिखे ओ वाले 57 श्लोक ने गुरु ग्रंथ साहिब विच। ते 4 गुरसिखां दी बाणी है गुरु ग्रंथ साहिब विच। सुंदर जी, सत्ता जी, बलवंत जी ते मर्दाना जी, इन्हां 4 गुरसिखां दी बाणी है गुरु ग्रंथ साहिब विच। आओ संगत जी आप जी ने सुनिया इन्हां कुल 36 महापुरुषां दी बाणी है ते
श्री चंद साहिब सच्चे पातशाह महाराज जी इन्हां दा बड़ा वड्डा रोल है बाणी दे विच क्योंकि जिहड़ी मेरे धन गुरु नानक पातशाह ने अपनी बाणी लिखी धन गुरु नानक पातशाह जी कोल बाबा फरीद जी भगत रविदास जी महाराज जी वर्गियां दी बाणी सी ना जिहड़ी बाबा नानक जी कोले सी मेरे गुरु नानक पातशाह ने कोले सी ते गुरु नानक पातशाह ने बाबा श्री चंद को बाणी दीयां पोथियां बख्शियां सी कि जदों कदे बाणी इकट्ठी की जाए लड़ीवार लिखी जाए तो उदों तुसीं ये बाणियां जिहड़ियां उदों दर्ज करवाउणियां ते बाबा श्री चंद साहिब कोल बाणी दीयां पोथियां सी जिहड़ी बाणी गुरु नानक पातशाह ने लिखी सी आओ ओ पोथियां मेरे श्री चंद साहिब सच्चे पातशाह महाराज जी ने बाबा मोहन जी ने दित्तियां गुरु अमरदास जी दे पुत्र बाबा मोहन जी ते आओ मैं गल करें इस दुनिया ते इस धरती ते तक दे वड़ ते संसार दे उत्ते जिन्ने भी ग्रंथ ने किसी भी ग्रंथ में गुरु की पदवी नहीं प्राप्त हुई केवल ते केवल दुनिया के एक ही ग्रंथ है जिन्होंने गुरु की पदवी प्राप्त हुई है वो है जुगो जुग अटल धन साहिब श्री गुरु ग्रंथ साहिब सच्चे पातशाह महाराज बड़े ग्रंथ ने अचील बाइबल कुरान शरीफ गीता वक् वक् धर्मां दे ग्रंथ ने मैं इन्हां दा दिलों सत्कार करदा पर इन्हां ग्रंथां नूं गुरु की पदवी नहीं प्राप्त हुई केवल ते केवल गुरु ग्रंथ साहिब जी नूं गुरु की पदवी प्राप्त हुई है नंदेड़ साहिब की धरती ते 1708 ईस्वी नूं गुरु गोबिंद सिंह साहिब सच्चे पातशाह महाराज जी दीवान लगे बैठे ते संगतां ने कहंदे संगत जी असीं सचखंड चले आ ते मेरे साहिब जी कलगीधर पातशाह जी कहंदे असीं सचखंड चले इस दुनिया ते नहीं रहना ते संगतां तां मर के रोण लगियां कहंदियां महाराज जी ਤੁਹਾਡੇ ਤੋਂ ਅਗਲਾ ਗੁਰੂ ਕਿਹੜਾ ਹੋਏਗਾ ਸਾਨੂੰ ਕਿਹਦੇ ਨਾਲ ਲਾ ਕੇ ਚੱਲੇ ਹੋ ਤੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਸੰਗਤ ਜੀ ਮੈਂ ਤੁਹਾਨੂੰ ਇੱਕ ਐਸਾ ਗੁਰੂ ਲੈ ਚੱਲਿਆ ਉਹ ਜਿਹੜਾ ਰਹਿਣੀ ਦੁਨੀਆ ਤੱਕ ਰਹੇਗਾ ਕਦੇ ਬੁੱਢਾ ਨਹੀਂ ਹੋਏਗਾ ਕਦੇ ਮਰੇਗਾ ਨਹੀਂ ਉਹ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਲੜ ਲਾਇਆ ਕਹਿੰਦੇ ਧੰਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਤੀਰ ਜਿਹਨੂੰ ਵੀ ਲੱਗਿਆ ਉਹ ਭਾਸਾ ਕਰ ਦੋ पार हो गया बाणी सुन के सज्जन ठग सज्जन बन गया कौड़ा राक्ष देवता हो गया बाणी ने बड़ी कधारी का हंकार तोड़ दिता रीठे मिठे कर दिते पत्थर पूजन छोड़ बन गए और जिहड़ा बाणी नहीं बनता शहीद भी नहीं हो सकता शहीद ओही होए जिन्हां ने बाणी पढ़ी क्योंकि वो जे बंद बनवाया तो बाणी बंद वाला ने जे चरखड़ियां ते चढ़े तेगां च अवाए आरे ना चीले बाणी बंद वाले सतगुरु शहनशाह जी की बाणी सुन के कोड़ियां दे कोड़ चढ़ जाते हैं सिख का छात्र सिर झुक जाता इसी बाणी की महिमा मैं जो अज का इतिहास है मेरा जो टॉपिक है विषय है ਉਹਦੇ ਤੇ गल करा जिदा बादशाह जहांगीर अपने धार्मिक विचारों वाला जो वजीर सी ना साई मियां मीर जिन्हों ने हरमंदर साहब की अमृतसर साहब की हरमंदर साहब की नींह रखी है ना पंजे पातशाह ने लिखवाई सी मुसलमान फकीर साईं मियां मीर जी को मियां मीर नूं बादशाह जहांगीर ने सद्या ते एक बेनती की जहांगीर कह लगे मियां मीर जी इस दुनिया दे अज हिंदुस्तान दे उत्ते कोई ऐसा साधु संत जिहड़ा बड़ी करनी वाला होए शक्तियां दा मालक होए जिहड़ा डुब्बियां नूं तारन वास्ते आया होए वो किहड़ा है ते जदों बादशाह जहांगीर ने साईं मियां मीर जी ने इन्हीं गल आखी ते मियां मीर जी अगों की जवाब दिंदे आ मियां मीर जी कहंदे बादशाह जी इस दुनिया दे उत्ते एक ऐसी अनोखी भक्ति वाले महाराज जी ने अदासी नूं मत दे धन धन बाबा श्री चंद साहिब सच्चे पातशाह महाराज अज बड़ियां संगतां नूं तारदे आ जो बाहर साहब दी धरती ते अपने धुना ला के बैठे आ महाराज जी ओ कोई होर नहीं वो धन गुरु नानक पातशाह दे साहिबजादा बाबा श्री चंद साहिब जी महाराज ने बादशाह जहांगीर मुसलमान फकीर मियां मीर जी नूं किवें पुछदा कोई करनी वाला साधु संत कोई दुनिया दा मालक जिहड़ा करनी वाला होए वो किहड़ा है ते मुसलमान फकीर साईं मियां मीर जी बाबा श्री चंद साहिब बारे जो गल्लां बादशाह जहांगीर नूं दसदे आ उन्हां लाइनां नूं बलकਰਨ ਸਿੰਘ ਬਾਜ ਦਾ ਢਾਡੀ ਜੱਥਾ ਇੰਜ ਬਿਆਨ ਕਰਦਾ फकीर है
ਉਹ ਤਾਂ ਜਾਪਦਾ ਹੈ ਸਾਰਾ ਸੰਸਾਰ ਅੱਲਾ ਦਾ ਦਿਲ ਡੋਲਿਆ ਨਾਲ ਤਾਂ ਵੀ ਡੋਲਦਾ ਰਾਜਾ ਪੁੱਛਿਆ ਤੇ ਮੀਆਂ ਵੀਰ ਬੋਲਦਾ ਸੁਣੋ ਗੌਰ ਨਾਲ ਖੁਲਾਸਾ ਸੱਚ ਖੋਲਦਾ ਸੁਣੋ ਗੌਰ ਦਾ ਖਲਾਸਾ ਸੱਚ ਖੋਲਦਾ ਅੱਜ ਜਿਹੜਾ ਗੱਲ ਜਾਣੋ ਰਖਵਾਲਾ ਦੇਸ਼ ਦਾ ਉੱਚਾ ਸਾਰਿਆਂ ਤੋਂ ਰੁਤਬਾ ਉਹਦਾ ਸੀ ਵੇਖਦਾ ਉੱਚਾ ਸਾਰਿਆਂ ਤੋਂ ਕਿਹੜਾ ਪਾਪੀਆਂ ਨੂੰ ਪਾਰ ਲਾਉਂਦਾ ਬੇੜਾ ਹੈ ਮੈਨੂੰ ਮੀਆਂ ਵੀਰ ਦੱਸ ਸਾਧੂ ਕਿਹੜਾ ਹੈ ਐਸਾ ਫਰ ਮੰਗਿਆ ਨਹੀਂ ਦੱਸ ਕਿਹੜਾ ਹੈ ਐਸਾ ਫਰ ਮੰਗਿਆ ਨਹੀਂ ਦੱਸ ਕਿਹੜਾ ਹੈ ਐਸਾ ਫਰ ਮੰਗਿਆ ਨਹੀਂ ਦੱਸ ਕਿਹੜਾ ਹੈ ਉਹ ਵਿੱਚ ਕੀ ਸੰਦੀ ਪੂਰਾ ਜੋ ਅੱਲਾ ਦੀ ਸ਼ਾਇਦ ਐਨੀ ਜੀਦੇ ਤੇ ਅਸਰ ਕਾਲੀ ਛੁੱਟੀ ਮਾਇਆ ਦਾ ਐਨੀ ਜੀਦੇ ਤੇ ਉਹ ਜਹਾਂਗੀਰ ਛੱਡ ਬੋਲ ਕਹਿੰਦਾ ਹੈ ਦੱਸ ਸਿੰਘ ਜੱਟ ਕਿੱਥੇ ਰਹਿੰਦਾ ਹੈ ਅਗੋ ਬੋਲ ਜਹਾਂਗੀਰ ਛੱਡ ਕਹਿੰਦਾ ਹੈ ਦੱਸ ਸ੍ਰੀ ਚੰਦ ਕਿੱਥੇ ਰਹਿੰਦਾ ਹੈ ਕਿਹੜੀ ਕੂਟ ਵਿੱਚ ਡੇਰਾ ਜਿੱਥੇ ਪੈਂਦਾ ਹੈ ਕਿਹੜੀ ਕੂਟ ਵਿੱਚ ਡੇਰਾ ਜਿੱਥੇ ਪੈਂਦਾ ਹੈ ਜਿਹੜੇ ਕੱਟੇ ਜਾਣ ਦਾ ਤੁਝੇ ਜਮਾਲੇ ਬੰਦ ਨੇ ਮੈਨੂੰ ਦਰਸ਼ ਕਰਾ ਦੇ ਬਾਬੇ ਸ਼੍ਰੀ ਚੰਦ ਦੇ ਮੈਨੂੰ ਦਰਸ਼ ਦਰਸ਼ ਕਰਾ ਦੇ ਬਾਬੇ ਸ਼੍ਰੀ ਚੰਦ ਨੇ ਮੈਨੂੰ ਦਰਸ਼ ਜਿਓ ਵਿੱਚ ਜੰਗਲਾਂ ਦੇ ਕਾਦਰਾ ਜੋ ਬਾਦ ਹੈ ਕਿਲਾ ਜੱਲਾ ਵਿੱਚ ਜਗਾ ਨਾ ਆਬਾਦ ਹੈ ਵਿੱਚ ਸਿੰਘ ਰੂਪ ਰੱਬ ਦਾ ਹੋ ਆਪ ਹੈ ਵਿੱਚ ਸਿੰਘ ਰੂਪ ਰੱਬ ਦਾ ਆਪ ਹੈ ਸਾਧ ਜੰਗਲਾਂ ਚ ਮੰਗਲ ਲਗਾਉਂਦੇ ਰਾਜਿਆ ਆਏ ਮੰਗਤੇ ਦੀ ਖੈਰ ਚੋਰੀ ਪਾਉਂਦੇ ਰਾਜਿਆ ਆਏ ਮੰਗਤੇ ਦੀ ਖੈਰ ਚੋਰੀ ਪਾਉਂਦੇ ਰਾਜਿਆ ਆਏ ਮੰਗਤੇ ਉਹਦਾ ਨਾਨਕ ਗੁਰਾਂ ਦਾ ਫਰਜ਼ੰਦ ਹੈ ਵੱਡਾ ਸਾਹਿਬਜ਼ਾਦਾ ਬਾਬਾ ਸ਼੍ਰੀ ਚੰਦ ਹੈ ਉਹਦਾ ਨਾਨਕ ਗੁਰਾਂ ਦਾ ਫਰਜ਼ੰਦ ਹੈ ਵੱਡਾ ਸਾਹਿਬਜ਼ਾਦਾ ਬਾਬਾ ਸ਼੍ਰੀ ਚੰਦ ਹੈ ਹਰ ਦਰਸ਼ਨ ਹੋਈ ਦਾ ਆਨੰਦ ਹੈ ਉਹਦਾ ਜਾਪਦਾ ਹੈ ਸਾਰਾ ਸੰਸਾਰ ਅੱਲਾ ਦਾ ਉਹਦਾ ਜਾਪਦਾ ਹੈ ਸਾਰਾ ਸੰਸਾਰ ਅੱਲਾ ਦਾ ਜਾਪਦਾ ਹੈ ਸਾਰਾ ਸੰਸਾਰ ਅੱਲਾ ਦਾ ਮੁਸਲਮਾਨ ਫਕੀਰ ਸਾਈ ਮੀਆਂ ਮੀਰ ਬਾਦਸ਼ਾਹ ਜਹਾਂਗੀਰ ਨੂੰ ਕਹਿੰਦਾ ਬਾਦਸ਼ਾਹ ਜਹਾਂਗੀਰ ਜਿਹੜਾ ਮਾਇਆ ਤੋਂ ਦੂਰ ਰਹਿੰਦਾ ਹੈ ਪਰਿਵਾਰ ਦੇ ਮੋਹ ਤੋਂ ਦੂਰ ਰਹਿੰਦਾ ਹੈ ਜਿਹਨੂੰ ਪਰਿਵਾਰ ਦੀ ਕੋਈ ਫਿਕਰ ਨਹੀਂ ਜਿਹੜਾ ਰੱਬ ਦੀ ਭਗਤੀ 'ਚ ਅਡੋਲ ਰਹਿੰਦਾ ਹੈ ਉਹ ਕੋਈ ਹੋਰ ਨਹੀਂ ਉਹ ਬਾਬਾ ਸ਼੍ਰੀ ਚੰਦ ਸਾਹਿਬ ਜੀ ਮਹਾਰਾਜ ਜੀ ਜਿਹੜੇ ਅੱਜ ਕਾਦਰਾਬਾਦ ਦੀ ਧਰਤੀ ਤੇ ਆਪਣਾ ਧੂਣਾ ਲਾ ਕੇ ਬੈਠੇ ਆ ਜੋ ਕਾਦਰਾਬਾਦ ਦੀ ਧਰਤੀ ਤੇ ਮਹਾਰਾਜ ਜੀ ਨੇ ਆਪਣਾ ਧੂਣਾ ਲਾਇਆ ਸੰਗਤ ਜੀ ਫਿਰ ਬਾਦਸ਼ਾਹ ਜਹਾਂਗੀਰ ਉਹਨੂੰ ਜਦੋਂ ਪਤਾ ਲੱਗਿਆ ਮੀਆਂ ਮੀਰ ਜੀ ਕੋਲੋਂ ਸੁਣਿਆ ਕਿ ਬਾਬਾ ਸ਼੍ਰੀ ਚੰਦ ਸਾਹਿਬ ਜੀ ਬੜੀ ਕਰਨੀ ਵਾਲੇ ਆ ਕਿਉਂਕਿ ਸੰਗਤ ਜੀ ਇਹ ਤੇ ਉਹ ਦਰ ਹੈ ਜਿੱਥੇ ਗੂੰਗੇ ਦੇ ਸਿਰ ਤੇ ਛੱਡੀ ਰੱਖਦੇ ਤੇ ਉਹ ਗੀਤਾ ਦੇ ਅਰਥ ਕਰ ਦਿੰਦਾ ਹੈ ਜਦੋਂ ਇਦਾਂ ਦੀਆਂ ਗੱਲਾਂ ਮੀਆਂ ਮੀਰ ਜੀ ਨੇ
ਬਾਦਸ਼ਾਹ ਜਹਾਂਗੀਰ ਨੂੰ ਦੱਸੀਏ ਨਾ ਤੇ ਬਾਦਸ਼ਾਹ ਜਹਾਂਗੀਰ ਕਹਿੰਦਾ ਫਿਰ ਐਸੇ ਰੱਬ ਦੇ ਪਿਆਰੇ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੂੰ ਤੇ ਮੈਂ ਆਪਣੇ ਦਰਬਾਰ ਦੇ ਵਿੱਚ ਸੱਦਣਾ ਤੇ ਮੈਂ ਉਹਨਾਂ ਦਾ ਸਤਿਕਾਰ ਕਰਨਾ, ਮੈਂ ਉਹਨਾਂ ਦੇ ਦਰਸ਼ਨ ਕਰਨੇ ਚਾਹੁੰਦਾ। ਬਾਦਸ਼ਾਹ ਜਹਾਂਗੀਰ ਕਹਿੰਦਾ ਤੇ ਸੰਗਤ ਜੀ ਫਿਰ ਬਾਦਸ਼ਾਹ ਜਹਾਂਗੀਰ ਉਹਨੇ ਰੱਥ ਬੱਗੀਆਂ ਗੜਵੈਲਾਂ ਤਿਆਰ ਕਰ ਦਿੱਤੀਆਂ, ਪਰ ਬਾਅਦ ਵਿੱਚ ਉਹਦਾ ਮਨ ਮੰਨਿਆ ਉਹਨੇ ਇੱਕ ਹਾਥੀ ਸੀ ਨਾ, ਜਿਹੜਾ ਹਾਥੀ ਉਹਨੇ ਬੜਾ ਸੁੰਦਰ ਹਾਥੀ ਤਿਆਰ ਕਰਕੇ ਸ਼ਿੰਗਾਰ ਕੇ ਹਾਥੀ ਆਪਣੇ ਸੇਵਾਦਾਰਾਂ ਦੇ ਨਾਲ ਕਾਦਰਾਬਾਦ ਦੀ ਧਰਤੀ ਵੱਲ ਭੇਜਿਆ ਵੀ ਬਾਬਾ ਸ਼੍ਰੀ ਚੰਦ ਸਾਹਿਬ ਜੀ ਮਹਾਰਾਜ ਜੀ ਨੂੰ ਹਾਥੀ ਤੇ ਬਿਠਾ ਕੇ ਲੈ ਕੇ ਆਉਣਾ, ਕਿਉਂਕਿ ਉਹ ਰੱਬੀ ਰੂਹ ਨੇ, ਕੋਈ ਆਮ ਇਨਸਾਨ ਨਹੀਂ ਨੇ, ਉਹ ਤਾਂ ਰੱਬ ਦਾ, ਅੱਲਾ ਦਾ, ਵਾਹਿਗੁਰੂ ਦਾ ਰੂਪ ਨੇ, ਤੇ ਅਸੀਂ ਉਹਨਾਂ ਨੂੰ ਰਾਜੇ ਮਹਾਰਾਜਿਆਂ ਦੀ ਤਰ੍ਹਾਂ ਹਾਥੀ ਤੇ ਬਿਠਾ ਕੇ ਲੈ ਕੇ ਆਉਣਾ। ਤੇ ਬਾਦਸ਼ਾਹ ਜਹਾਂਗੀਰ ਨੇ ਕਿਵੇਂ ਆਪਦਾ ਹਾਥੀ ਕੱਲਿਆ ਤੇ ਮਹਾਰਾਜ ਜੀ ਦੇ ਚਰਨਾਂ ਦੇ ਉਹਦੇ ਸੇਵਾਦਾਰਾਂ ਨੇ ਬੇਨਤੀ ਕੀਤੀ ਕਿ ਬਾਬਾ ਸ਼੍ਰੀ ਚੰਦ ਸਾਹਿਬ ਜੀ ਮਹਾਰਾਜ ਜੀ, ਬਾਬਾ ਜੀ ਬਾਦਸ਼ਾਹ ਜਹਾਂਗੀਰ ਨੇ ਤੁਹਾਨੂੰ ਯਾਦ ਕੀਤਾ ਏ, ਕਿਰਪਾ ਕਰੋ ਅਸੀਂ ਤੁਹਾਡੇ ਚਰਨਾਂ ਤੇ ਬੇਨਤੀ ਕਰਦੇ ਹਾਂ ਬਾਬਾ ਜੀ, ਬਾਦਸ਼ਾਹ ਜਹਾਂਗੀਰ ਦੇ ਦਰਬਾਰ ਦੇ ਵਿੱਚ ਹਾਜ਼ਰ ਹੋ, ਅਸੀਂ ਹਾਥੀ ਲੈ ਕੇ ਆਏ, ਹਾਥੀ ਤੇ ਬਿਰਾਜਮਾਨ ਹੋਵੋ ਤੇ ਉਹਦੇ ਦਰਬਾਰ ਦੇ ਵਿੱਚ ਆਵੋ। ਤੇ ਮੇਰੇ ਬਾਬਾ ਸ਼੍ਰੀ ਚੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਪਤਾ ਕੀ ਕਹਿੰਦੇ, ਸੇਵਾਦਾਰਾਂ ਨੂੰ ਕਹਿੰਦੇ ਭਾਈ ਭਗਤੋ ਅਸੀਂ ਹਾਥੀ ਦੇ ਉੱਤੇ ਬੈਠ ਕੇ ਨਹੀਂ ਆਉਣਾ, ਅਸੀਂ ਪੈਦਲ ਚੱਲ ਗਏ ਭਾਈ ਕਮਲੀਆ ਜੀ ਦੇ ਨਾਲ, ਪੈਦਲ ਚੱਲ ਕੇ ਅਸੀਂ ਦੋਵੇਂ ਜਹਾਂਗੀਰ ਦੇ ਦਰਬਾਰ ਦੇ ਵਿੱਚ ਲਾਹੌਰ ਦੀ ਧਰਤੀ ਤੇ ਆਵਾਂਗੇ। ਤੇ ਸੰਗਤ ਜੀ ਬਾਬਾ ਜੀ ਕਹਿੰਦੇ ਜੇ ਤੁਸੀਂ ਮਾਣ ਆਦਰ ਨਾਲ ਹਾਥੀ ਲੈ ਹੀ ਆਏ ਹੋ ਤਾਂ ਸਾਡੀ ਕਾਲੀ ਭੂਰੀ, ਸਾਡੀ ਕਾਲੀ ਕੰਬਲੀ ਹੈ ਨਾ ਜਿਹੜੀ, ਇਹ ਹਾਥੀ ਦੇ ਉੱਤੇ ਰੱਖ ਲਿਓ ਤੇ ਅਸੀਂ ਅੱਗੇ ਅੱਗੇ ਚੱਲਦੇ, ਹਾਥੀ ਪਿੱਛੇ ਪਿੱਛੇ ਆਵੇਗਾ। ਤੇ ਬਾਬਾ ਜੀ ਨੇ ਆਪਣੀ ਕਾਲੀ ਲੰਬੜੀ ਕੰਬਲੀ ਸੀ ਜਿਹੜੀ ਲੋਈ ਸੀ ਹਾਥੀ ਦੇ ਉੱਤੇ ਰੱਖ ਦਿੱਤੀ ਤੇ ਬਾਬਾ ਜੀ ਭਾਈ ਕਮਲੀਆ ਜੀ ਦੇ ਨਾਲ ਅੱਗੇ ਵੱਲ ਨੂੰ ਚੱਲ ਪਏ। ਤੇ ਕੀ ਦੇਖਦੇ ਬਾਬਾ ਜੀ, ਜਿਹੜੀ ਕੰਬਲੀ ਸੀ ਨਾ ਬਾਬਾ ਜੀ ਦੀ ਲੋਈ ਕਾਲੀ ਭੂਰੀ, ਉਹਦੇ ਉੱਤੇ ਤਿੰਨਾਂ ਲੋਕਾਂ ਦਾ ਭਾਰ ਪਾ ਦਿੱਤਾ। ਜਿਹੜਾ ਹਾਥੀ ਸੀ ਨਾ ਉਹ ਧਰਤੀ ਦੇ ਵਿੱਚ ਧੱਸਣ ਲੱਗ ਪਿਆ, ਹਾਥੀ 5 ਹੱਥ ਧਰਤੀ ਦੇ ਵਿੱਚ ਜਦੋਂ ਧੱਸ ਗਿਆ, ਧਰਤੀ ਦੇ ਵਿੱਚ ਖੁੱਬਣ ਲੱਗ ਪਿਆ। ਤੇ ਸੇਵਕਾਂ ਨੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੂੰ ਆਵਾਜ਼ ਮਾਰੀ, ਕਹਿੰਦੇ ਬਾਬਾ ਜੀ ਜਿਹੜਾ ਹਾਥੀ ਹੈ ਤੁਹਾਡੀ ਕਾਲੀ ਕੰਬਲੀ ਰੱਖੀ ਹਾਥੀ ਦੇ ਉੱਤੇ, ਹਾਥੀ ਦਾ ਧਰਤੀ ਵਿੱਚ ਧੱਸ ਗਿਆ, ਤੁਰੇ ਨਹੀਂ ਜਾਂਦਾ ਮਹਾਰਾਜ ਜੀ। ਤੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਹੱਸ ਕੇ ਕਹਿੰਦੇ ਭਾਈ ਭਗਤੋ ਸੇਵਾਦਾਰੋ, ਤੁਸੀਂ ਤਾਂ ਕਹਿੰਦੇ ਸੀ ਵੀ ਹਾਥੀ ਦੇ ਅਸੀਂ ਬਹਿ ਗਏ, ਹਾਥੀ ਦਾ ਸਾਡੀ ਕੰਬਲੀ ਦਾ ਭਾਰ ਹੀ ਨਹੀਂ ਚੁੱਕਿਆ ਗਿਆ, ਸਾਡਾ ਭਾਰ ਕਿੱਥੋਂ ਚੁੱਕ ਲਏਗਾ। ਤੇ ਫਿਰ ਬਾਬਾ ਜੀ ਨੇ ਆਪਣੀ ਕਾਲੀ ਕੰਬਲੀ ਚੁੱਕੀ ਤੇ ਆਪਣੇ ਮੋਢੇ ਤੇ ਰੱਖ ਲਈ ਤੇ ਫਿਰ ਹਾਥੀ ਬਾਹਰ ਆਇਆ। ਤੇ ਜਦੋਂ ਬਾਬਾ ਜੀ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਦੇ ਵਿੱਚ ਆਏ, ਉਹਨੇ ਬੜਾ ਆਦਰ ਮਾਨ ਸਤਿਕਾਰ ਕੀਤਾ। ਮੇਰੇ ਕੋਲੇ ਸਮਾਂ ਜਿਹੜਾ ਸੈਕਟਰੀ ਸਾਹਿਬ ਜੀ ਨੇ ਬੇਨਤੀ ਕੀਤੀ ਵੀ ਸਮਾਪਤ ਕਰ ਦਿੱਤਾ ਜਾਵੇ ਤੇ ਮੇਰੇ ਕੋਲ ਅਗਲੀਆਂ ਵਿਚਾਰਾ ਕਰਨ ਦਾ ਸਮਾਂ ਨਹੀਂ ਹੈ, ਸੋ ਮੈਂ 1 ਮਿੰਟ ਦੇ ਵਿੱਚ ਹੀ ਸਮਾਪਤੀ ਕਰ ਦੇਣੀ ਹੈ, ਕਿਉਂਕਿ ਕਿਸੇ ਪੂਰੇ ਦਾ ਇਤਿਹਾਸ ਇੱਕ ਅਧੂਰਾ ਮਨੁੱਖ ਕਦੇ ਵੀ ਨਹੀਂ ਕਹਿ ਸਕਦਾ। ਜਿੱਥੇ ਬੜੇ ਆਏ ਨੇ ਉਹਨਾਂ ਦਾ ਵੀ ਸਤਿਕਾਰ ਕਰਨਾ ਹੈ। ਆਓ ਜਦੋਂ ਬਾਬਾ ਸ਼੍ਰੀ ਚੰਦ ਜੀ ਲਾਹੌਰ ਦੀ ਧਰਤੀ ਤੇ ਪਹੁੰਚੇ, ਜਦੋਂ ਪਹੁੰਚ ਕੇ ਲਾਹੌਰ ਸ਼੍ਰੀ ਚੰਦ ਜੀ ਬਾਦਸ਼ਾਹ ਜਹਾਂਗੀਰ ਦੇ ਦਰਬਾਰ 'ਚ ਉਹਨੇ ਬੜਾ ਆਦਰ ਸਤਿਕਾਰ ਤੇ ਮਾਣ ਕੀਤਾ, ਆਪਣੇ ਤੋਂ ਉੱਚਾ ਤਖਤ ਜਿਹੜਾ ਉਹਨੇ ਬਾਬਾ ਜੀ ਦਾ ਲਾਇਆ। ਤੇ ਬਾਬਾ ਜੀ ਜਦੋਂ ਆਏ ਬੈਠੇ ਤੇ ਇਹਨੇ ਨੂੰ ਨੌਕਰ ਸੀ ਜਿਹੜਾ ਬਾਦਸ਼ਾਹ ਜਹਾਂਗੀਰ ਤੋਂ ਮਹਿਲਾਂ ਵੱਲੋਂ ਭੱਜ ਕੇ ਆਇਆ। ਬਾਦਸ਼ਾਹ ਜਹਾਂਗੀਰ ਨੂੰ ਕਹਿੰਦਾ ਜਹਾਂਗੀਰ ਜੀ ਤੁਹਾਡੇ ਤੇ ਦੁੱਖਾਂ ਦੇ ਭਾਰ ਟੁੱਟ ਕੇ ਪੈ ਗਏ, ਕਹਿਰ ਵਰਤ ਗਿਆ ਏ, ਤੁਹਾਡਾ ਪੁੱਤਰ ਮਹਿਲ ਦੇ ਉੱਤੇ ਚੜ ਕੇ ਪਤੰਗ ਉਡਾ ਰਿਹਾ ਸੀ, ਉਹ ਥੱਲੇ ਡਿੱਗ ਪਿਆ ਤੇ ਉਹਦੀ ਮੌਤ ਹੋ ਗਈ ਹੈ। ਤੇ ਬਾਦਸ਼ਾਹ ਜਹਾਂਗੀਰ ਤੇ ਰੋਣ ਕਰਲਾਉਣ ਪਿੱਟਣ ਲੱਗ ਪਿਆ। ਤੇ ਫਿਰ ਜਦੋਂ ਸਮਾਂ ਬੀਤਿਆ ਤੇ ਫਿਰ ਉਹਨੂੰ ਖਿਆਲ ਆਇਆ ਉਹ ਦੁਨੀਆ ਦਾ ਮਾਲਕ, ਉਹ ਕਰਨੀ ਵਾਲਾ, ਉਹ ਸਾਧੂ ਸੰਤ ਫਕੀਰ ਬਾਬਾ ਸ਼੍ਰੀ ਚੰਦ ਸਾਹਿਬ ਜੀ ਦਾ ਮੇਰੇ ਦਰਬਾਰ 'ਚ ਆਇਆ। ਜਦੋਂ ਉਹਨੂੰ ਖਿਆਲ ਆਇਆ ਉਹਨੇ ਆਪਣੇ ਬੱਚੇ ਦੀ ਲੋਥ ਚੁੱਕੀ ਤੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੇ ਅੱਗੇ ਰੱਖ ਦਿੱਤੀ। ਕਹਿਣ ਲੱਗਾ, ਬਾਬਾ ਜੀ ਰੋਣ ਲੱਗ ਪਿਆ, ਬਾਬਾ ਜੀ ਮੇਰੀ ਤਾਂ ਜੜ ਖਤਮ ਹੋ ਜਾਊਗੀ, ਮੇਰੀ ਪੀੜ੍ਹੀ ਖਤਮ ਹੋ ਜਾਊਗੀ, ਕਿਰਪਾ ਕਰੋ ਮੇਰੇ ਬੱਚੇ ਤੇ ਕਿਰਪਾ ਕਰੋ। ਜਦੋਂ ਜਹਾਂਗੀਰ ਦੀ ਪਤਨੀ ਰੋਣ ਪਿੱਟਣ ਲੱਗ ਪਏ ਬਾਬਾ ਜੀ ਅੱਗੇ ਹੱਥ ਜੋੜ ਕੇ, ਤੇ ਸੰਗਤ ਜੀ ਤੇ ਮੇਰੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਗੜਵੇ ਦੇ ਵਿੱਚੋਂ ਛਿੱਟਾ ਮਾਰਿਆ ਉਸ ਬੱਚੇ ਦੀ ਲੋਥ ਦੇ ਉੱਤੇ ਤੇ ਸਤਿਕਾਰ ਤਾਰ ਕੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲਿਆ ਤੇ ਬੱਚੇ ਨੂੰ ਆਖਿਆ, ਉੱਠ ਬੱਚਿਆ ਜਾ ਕੇ ਪਤੰਗ ਉਡਾ। ਇੱਕ ਵਾਰੀ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਬਾਬਾ ਸ਼੍ਰੀ ਚੰਦ ਜੀ ਨੇ ਜਦੋਂ ਛਿੱਟਾ ਮਾਰਿਆ ਤੇ ਬੱਚਾ ਉੱਠ ਕੇ ਖੜਾ ਹੋ ਗਿਆ। ਇੰਨੀ ਕਰਨੀ ਵਾਲੇ ਨੇ ਮੇਰੇ ਮਹਾਂਪੁਰਖ ਬਾਬਾ ਸ਼੍ਰੀ ਚੰਦ ਸਾਹਿਬ ਜੀ। ਤੇ ਮੇਰੇ ਕੋਲ ਸਮਾਂ ਨਹੀਂ, ਮੈਂ ਅੱਗੇ ਜਾਵਾਂ। ਤੇ ਫਿਰ ਜਹਾਂਗੀਰ ਨੇ ਜਦੋਂ ਆਪਣੇ ਬੱਚੇ ਦੀ ਖੁਸ਼ੀ ਮਿਲੇ ਮੇਰਾ ਬੱਚਾ ਜਿੰਦਾ ਹੋ ਗਿਆ, ਚਾਹ ਨਾ ਚੁੱਕਿਆ ਜਾਵੇ, ਤੇ ਫਿਰ ਉਹਨੂੰ ਬਾਬਾ ਜੀ ਦਾ ਖਿਆਲ ਭੁੱਲ ਗਿਆ। ਤੇ ਬਾਬਾ ਜੀ ਨੇ ਭਾਈ ਕਮਲਿਆ ਜੀ
ਉਹਦੇ ਦਰਬਾਰ ਦੇ ਵਿੱਚੋਂ ਅਲੋਪ ਹੋ ਗਏ ਤੇ ਆਪਣੇ ਧੂਨੇ ਦੇ ਉੱਤੇ ਆ ਕੇ ਬਹਿ ਗਏ। ਤੇ ਫਿਰ ਉਹਦੀ ਪਤਨੀ ਨੇ ਬਾਅਦ ਵਿੱਚ ਆਖਿਆ ਵੀ ਬਾਬਾ ਜੀ ਦਾ ਚਲੇ ਗਿਆ, ਤੂੰ ਜਾ ਕੇ ਗੁਰਦਰਸ਼ਨਾਂ ਲੈ ਕੇ ਜਾ, ਕੋਈ ਚੀਜ਼ ਭੇਟਾ ਕਰੋ ਦੇ ਬਾਬਾ ਜੀ ਦੇ ਚਰਨਾਂ ਤੇ ਜਾ ਕੇ ਮਿੰਨਤਾਂ ਤਰਲੇ ਕੱਢ, ਮਹਾਰਾਜ ਜੀ ਤੁਹਾਡਾ ਬੜਾ ਧੰਨਵਾਦ ਕਰਦੇ, ਅਸੀਂ ਤੁਹਾਡਾ ਦੇ ਨਹੀਂ ਦੇ ਸਕਦੇ, ਤੁਸੀਂ ਸਾਨੂੰ ਪੁੱਤਰ ਦੀ ਦਾਤ ਦੁਬਾਰਾ ਬਖਸ਼ੀਏ। ਆਓ ਸਮਾਂ ਸੀਮਤ ਹੈ। तो फिर बादशाह जहांगीर ने 700 बीघा गुरु घर के नाल डेरे के नाल लगवाया सी। और मैं सारिया संगतां दा बड़ा कोटन कोट धन्नवाद करदा, मेरे सारे नगर वाले ने, मेरे सारे प्यार वाले ने, जिन्होंने मैनूं बेअंत आशीर्वाद मान प्यार सत्कार बख्शिया है। और इन्हें कुछ कहते असीं खिमा दे जज हाँ। और मेरे तो पहला कौम के महान ढाडी बीबी दलेर कौर खालसा जिन्होंने अज इन्होंने इतिहास साझा किया मेरे नानक पातशाह साहब जी का। तो थोड़े दिन पहले ही असीं 4 दिन पहला लुधियाने की धरती से साडा प्रोग्राम इकट्ठा होया सी, उत्थे मिले ते बड़ा प्यार वाले ने वो ते आप जी नूं बड़ियां उन्होंने जशीलियां वाला निहाल किया, बड़ा धन्नवाद करते हैं। और सारिया संगतां दा बहुत बहुत धन्नवाद, बेअंत आशीर्वाद मान बख्शिया। और इस स्थान के सेवादार बीबी जसवीर कौर जी जिन्होंने सानूं समा दिता, मैं बड़ा धन्नवादी हाँ। इस स्थान के उत्तों छोटे छोटे होंदे सी जदों असीं शुरू किया ते बाबा जी ने अपार कृपा की। अज दुनिया का ऐसा हिंदुस्तान का कोई कोना नहीं जिथे असीं नहीं जाके बंबे, कलकत्ते, लखनऊ, देहरादून, यूपी, बिहार, उधरपुर वख-वख थावां ते जाण दा मौका मिलिया। सारी बाबा श्री चंद साहब जी महाराज की कृपा है। और असीं सारिਆਂ ਦਾ बड़ा धन्नवाद करते जिन्होंने समा दिता। सैकटरी साहब जी का धन्नवाद, सौण वाले भाजी का धन्नवाद। आओ जेकर साडा प्रोग्राम वधिया लगा फतह दा जवाब गज के दिओ, सानूं पता लग जाएगा भी तुसीं सानूं सुणिया। यूट्यूब ते घाटी बलकरण सिंह बाज सर्च करके देख सकते हो। आओ बलकरण सिंह बाज का जथा खेमा का जाचक है, चरणदीप सिंह चन्न, परमवीर सिंह पंम, गुरजोत सिंह संगी मास्टर पीला, बलनाथ सिंह जी बात मेरे फादर साहब जिन्होंने सानूं सिखाया। और आओ बाबा जी ने इस तरह साडे जिथे की कृपा बनी रहे। सारिਆਂ ਦੇ बहुत बहुत धन्नवाद है। आओ बलकरण सिंह बाज का जथा खेमा का जाचक है, जे तुसीं सानूं ध्यान नाल सुणिया फतेह का जवाब गज के दिओ, सानूं पता लग जाए संगत ने सानूं सुणिया है। आओ वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। समूह संगतां जिन्हों ने अपने अमोलक समय के विचों टाइम कढ़ के दर्शन दिते हैं, सब संगतां नूं तहे दिलों धन्नवाद। सो मैं बेनती करा कि जो जत्थे इत्थे बुलाए जाते हैं सत्कार तौर पर उन्होंने टाइम दिता जाता है, जो जत्थे पहुंचे हैं उन्होंने सत्कार किया जाएगा। समा देण दे नाम मिलते असीं माफ़ी चाहुंदे जत्थां तो। सो अगे तो बेनती है कि जिन्हां जत्थां नूं सत्कार तौर पर बुलाया जाता है भाई स्टेज उन्होंने ही टाइम दिता जाता है। इस चीज़ का अगे तो ख्याल रखना। फिर भी आए हुए जत्थां का स्टेज वालों सत्कार किया जाएगा। सो मैं जत्थां तो माफ़ी चाहुंदा। सो समूह संगतां वालों मेरे सत्कारयोग भैन की भैन जसवीर कौर जी जिन्हां दे उद्यम का सदका ये वड्डे पंडाल सजदे हैं, बाबा जी उन्हां ते मेहर भरिया हत्थ रखन, तंदुरुस्ती निरोगता बख्श के इस तरह संगतां जो जत्थे नूं सत्कार दिता जा रहा जी। बोले सो निहाल, बोले सो निहाल, बोले सो निहाल, बोले सो निहाल। सो संगतां नूं बेनती है सिर्फ 5-7 मिनटों वास्ते संगतां सत श्री अकाल,
ਜੱਥੇ ਜੋ ਸਾਡੇ ਕੋਲ ਆਏ ਹਨ ਉਹਨਾਂ ਨੂੰ ਬੇਨਤੀ ਹੈ ਕਿ ਉਹ ਮੈਂ ਭਾਈ ਗੁਰਪ੍ਰੀਤ ਸਿੰਘ ਜੀ ਨਕੋਦਰ ਉਹਨਾਂ ਨੂੰ ਬੇਨਤੀ ਹੈ, ਭਾਈ ਸਤਪਾਲ ਸਿੰਘ ਜੀ ਮਲੋਟ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਦਾ ਸਤਿਕਾਰ ਲਾ ਲੈਣ ਜੀ। ਬੇਨਤੀ ਹੈ ਸੰਗਤਾਂ ਨੂੰ ਕਿ ਭਾਈ ਲੰਗਰ ਪ੍ਰਸ਼ਾਦੇ ਵਾਸਤੇ ਸੇਵਾਦਾਰ ਤਿਆਰ ਹਨ, ਨਾਲ ਹੀ ਹੈ ਯਾਰ ਉਹ ਪੱਟੀ ਹੈ ਸਾਰੇ ਐ ਤਾਂ ਸਾਰੇ ਵਾਰੀ ਵਾਰੀ ਥੋੜਾ ਜੱਥੇ ਵਾਲੇ ਲੈ ਲਓ, ਉਹ ਕੱਲੇ ਨੂੰ ਥੋੜਾ ਦੇਣੇ। ਸੰਗਤਾਂ ਨੂੰ ਬੇਨਤੀ ਹੈ ਜੀ ਪੰਗਤਾਂ ਬਣਾ ਲਓ, ਪ੍ਰਸ਼ਾਦਾ ਛਕਾਉਣ ਵਾਸਤੇ ਸੇਵਾਦਾਰ ਹਾਜ਼ਰ ਹਨ। ਸੋ ਸਟੇਜ ਦੀ ਸੇਵਾ ਨਿਭਾਉਂਦੇ ਆ, ਅਨੇਕ ਪ੍ਰਕਾਰ ਦੀਆਂ ਰੋਟੀਆਂ ਰਹਿ ਜਾਂਦੀਆਂ ਹਨ, ਸੋ ਸੰਗਤ ਬਖਸ਼ਣਯੋਗ ਹੈ। ਸੋ ਅੰਤ ਦੇ ਵਿੱਚ ਫਿਰ ਬਾਬਾ ਜੀ ਦੇ 5 ਤੋਂ 27ਵੇਂ ਅਵਤਾਰ ਦਿਹਾੜੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ। ਸੋ ਗੁਰੂ ਮਹਾਰਾਜ ਕਿਰਪਾ ਬਖਸ਼ਿਸ਼ ਕਰਨ। ਮੇਰੇ ਸਤਿਕਾਰਯੋਗ ਭੈਣ ਜੀ ਭੈਣ ਜਸਵੀਰ ਕੌਰ ਜੀ ਉਹਨਾਂ ਦੇ ਮਿਹਰ ਭਰੇ ਹੱਥ ਰੱਖਦੇ ਹੋਏ ਤੰਦਰੁਸਤੀ ਦੀ ਰੋਗਤਾ ਬਖਸ਼ਣ, ਨਾ ਬਾਣੀ ਦੀ ਦਾਤ ਬਖਸ਼ੇ, ਸੰਗਤਾਂ ਦੀ ਜੋ ਦੁੱਖਾਂ ਨੂੰ ਪੁਕਾਰਾਂ ਨੂੰ ਸੁਣਦੇ ਹਨ। ਸੋ ਪਹਿਲੇ ਗੁਰਸਿੱਖਾਂ ਭਰਾਵਾਂ ਨੂੰ ਬੇਨਤੀ ਕਿ ਲੰਗਰ ਪ੍ਰਸ਼ਾਦਾ ਛਕਣਗੇ, ਉਸ ਤੋਂ ਬਾਅਦ ਭੈਣਾਂ ਬੀਬੀਆਂ ਪੁੱਤਰਾਂ ਨੂੰ ਬੇਨਤੀ ਕਿ ਬਾਅਦ ਦੇ ਦੋ ਪ੍ਰਸ਼ਾਦਾ ਛਕਣ। ਸੋ ਗੁਰੂ ਮਹਾਰਾਜ ਬਾਬਾ ਜੀ ਕਿਰਪਾ ਕਰਨ, ਆਈਆਂ ਹੋਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨ। ਆਪ ਦੇ ਦਰੋਂ ਘਰੋਂ ਨਾਮ ਦੀ ਦਾਨ ਸੰਗਤਾਂ ਦੀਆਂ ਮਨੋ ਭਾਵਨਾ ਸੰਪੂਰਨ ਕਰਨ। ਇੱਥੇ ਸਟੇਜ ਦੀ ਸਮਾਪਤੀ ਹੈ ਜੀ। ਵਾਹਿਗੁਰੂ। किने क्या
ਇੱਕ ਲਾਈਟ ਲਵਾਈ ਤੂੰ ਜਾ ਕੇ